Hello learners, our subject is pedagogy of science education and our today's topic is human eye. So let's begin the topic. ਸਭ ਤੋਂ ਪਹਿਲਾਂ ਜਿਹੜੀ ਹਿਊਮਨ ਆਈ ਆ ਉਹ ਇੱਕ ਆਪਟੀਕਲ ਇਨਸਟਰੂਮੈਂਟ ਆ ਜਿਹੜਾ ਆਪਟੀਕਲ એનર્ਜੀ ਨੂੰ ਇਲੈਕਟ੍ਰੀਕਲ એનર્ਜੀ 'ਚ ਕਨਵਰਟ ਕਰਦਾ। ਫਿਰ ਜਿਹੜੀ ਇਲੈਕਟ੍ਰੀਕਲ એનર્ਜੀ ਆ ਇਹ ਬ੍ਰੇਨ ਕੋਲੇ ਜਾਂਦੀ ਆ, ਆਪਟੀਕਲ ਨਰਵਸ ਦੇ ਥਰੂ ਇਹ ਬ੍ਰੇਨ ਦੇ ਥਰੂ ਮੈਸੇਜ ਭੇਜਦੀ ਆ। ਜਦੋਂ ਇਹ ਸਿਗਨਲ ਬ੍ਰੇਨ ਕੋਲ ਪਹੁੰਚਦੇ ਆ ਤਾਂ ਇੱਕ ਸੈਂਸੇਸ਼ਨ ਹੁੰਦਾ, ਉਸ ਸੈਂਸੇਸ਼ਨ ਨੂੰ ਅਸੀਂ ਦੇਖਣਾ ਕਹਿੰਦੇ ਆ। ਬੇਸਿਕਲੀ ਜਿਹੜਾ ਦੇਖਣ ਦਾ ਕੰਮ ਆ ਉਹ ਆਈ ਨਹੀਂ ਕਰਦੀ, ਉਹ ਆਪਣਾ ਬ੍ਰੇਨ ਕਰਦਾ ਕਿਉਂਕਿ ਬ੍ਰੇਨ ਸਿਗਨਲ ਭੇਜਦਾ। ਜਿਹੜੀਆਂ ਆਪਟੀਕਲ ਨਰਵਸ ਆ ਉਹ ਬ੍ਰੇਨ ਨੂੰ ਸਿਗਨਲ ਭੇਜਦੀਆਂ, ਜਿਹੜਾ ਬ੍ਰੇਨ ਆ ਫਿਰ ਉਹਦੀ ਇਮੇਜ ਕੀ ਆ ਰੈਟੀਨਾ 'ਤੇ ਬਣਦੀ ਆ। ਅਤੇ ਬੇਸਿਕਲੀ ਜਿਹੜਾ ਇੱਕ ਆਈ ਆ ਉਹ ਇੱਕ ਆਪਟੀਕਲ ਇੰਸਟਰੂਮੈਂਟ ਆ ਜਿਹੜਾ ਕੀ ਕਰਦਾ ਆਪਟੀਕਲ ਐਨਰਜੀ ਨੂੰ ਇਲੈਕਟ੍ਰੀਕਲ ਐਨਰਜੀ 'ਚ ਕਨਵਰਟ ਕਰਦਾ। ਜਿਹੜੇ ਵੀ ਸਿਗਨਲਸ ਆ ਫਿਰ ਉਹ ਬ੍ਰੇਨ ਨੂੰ ਭੇਜੇ ਜਾਂਦੇ ਆ ਆਪਟੀਕਲ ਨਰਵ ਦੇ ਥਰੂ। ਇਹ ਆਪਾਂ ਇੰਟਰੋਡਕਸ਼ਨ ਕੀਤੀ ਆ। ਹੁਣ ਆਪਾਂ ਨੈਕਸਟ ਕਰਦੇ ਹਾਂ। ਬੇਸਿਕਲੀ ਜਿਹੜੀ ਹਿਊਮਨ ਆਈ ਆ, ਹਿਊਮਨ ਆਈ ਕੀ ਹੁੰਦੀ ਇੱਕ ਤਰ੍ਹਾਂ ਦੀ ਬੋਲ ਹੁੰਦੀ ਆ, ਜਿਵੇਂ ਆਪਾਂ ਬੋਲ ਦੇਖੀ ਹੋਣੀ ਆ ਸਾਰਿਆਂ ਨੇ। ਇੱਕ ਤਰ੍ਹਾਂ ਦੀ ਇਸ ਤਰ੍ਹਾਂ ਬੋਲ ਹੁੰਦੀ ਆ ਜਿਹੜੀ ਕੀ ਆ ਹਿਊਮਨ ਸਕਲ ਦੇ ਵਿੱਚ, ਜਿਹੜੀ ਸਕਲ ਦੇ ਵਿੱਚ ਇੱਕ ਸੌਕੇਟ ਦੇ ਵਿੱਚ ਪਈ ਹੁੰਦੀ ਆ। ਇਹ ਇੱਕ ਗੋਲਾਕਾਰ ਆਕਾਰ ਦੀ ਹੁੰਦੀ ਆ। ਇਹ ਕੀ ਆ ਹਿਊਮਨ ਸਕਲ ਦੇ ਵਿੱਚ ਇੱਕ ਸੌਕੇਟ ਦੇ ਵਿੱਚ ਪਈ ਹੁੰਦੀ ਹੈ। ਜਿਹੜੀ ਸੌਕੇਟ ਨੇ ਇਹਨੂੰ ਜਕੜਿਆ ਹੋਇਆ ਹੁੰਦਾ ਇਸ ਬੋਲ ਨੂੰ। ਤਾਂ ਇਹ ਜਿਹੜੀ ਹਿਊਮਨ ਆਈ ਬੋਲ ਹੈਗੀ ਆ ਜਾਂ ਹਿਊਮਨ ਬੋਲ ਆ, ਜਿਹੜਾ ਅੱਖ ਦਾ ਗੋਲਾਕਾਰ ਰੂਪ ਹੈਗਾ ਉਹ ਅੱਗੇ ਪਿੱਛੇ ਘੁੰਮ ਸਕਦਾ, ਉੱਪਰ ਨੀਚੇ ਹੋ ਸਕਦਾ। ਤਾਂ ਇਹ ਫਲੈਕਸੀਬਲ ਹੁੰਦੀ, ਇਹਦੇ ਵਿੱਚ ਪਈ ਘੁੰਮ ਸਕਦੀ ਆ। ਤਾਂ ਬੇਸਿਕਲੀ ਇਹ ਇਹਦਾ ਪੂਰਾ ਵਿਊ ਆ। ਜੇ ਆਪਾਂ ਇਹਦਾ ਆਈ ਬੋਲ ਦੀ ਤਰ੍ਹਾਂ ਹੀ ਹੁੰਦਾ ਇਹ, ਜਿਹੜੀ ਇਹ ਬੋਲ ਹੈ ਵਾਈਟ ਕਲਰ ਦਾ ਸੀਏਰਾ ਜਿਹੜਾ ਤੁਸੀਂ ਦੇਖ ਸਕਦੇ ਹੋ ਇੱਥੇ ਵਾਈਟ ਕਲਰ ਦਾ ਮਟੀਰੀਅਲ ਆ, ਇਹਦੇ ਨਾਲ ਬਣੀ ਹੁੰਦੀ। ਜਿਹੜਾ ਇਹਦਾ ਆ ਸਾਰੀ ਜਿੰਨੀ ਵੀ ਪਰਤ ਹੈ ਸੀਏਰਾ ਦੀ ਬਣੀ ਹੋਈ ਆ, ਸਿਰਫ ਇੰਨੇ ਵਾਲਾ ਪਾਰਟ ਆ ਜਿਹੜਾ ਉਹ ਐਕਟਿਵ ਹੁੰਦਾ, ਬਾਕੀ ਸਾਰਾ ਓਪੇਕ ਹੁੰਦਾ। ਮਤਲਬ ਇਹਦੇ 'ਚ ਲਾਈਟ ਐਂਟਰ ਨਹੀਂ ਕਰ ਸਕਦੀ। ਜਿਹੜਾ ਫਰੰਟ ਵਾਲਾ ਥੋੜ੍ਹਾ ਜਿਹਾ ਅਜਿਹਾ ਹਿੱਸਾ ਹੋਊਗਾ ਜੋ ਪਾਰਦਰਸ਼ੀ ਹੋਊਗਾ, ਜਿਹਦੇ ਵਿੱਚੋਂ ਦੀ ਪ੍ਰਕਾਸ਼ ਲੰਘ ਸਕੂਗਾ, ਤਾਂ ਉਹੀ ਇਹ ਹਿੱਸਾ ਹੈਗਾ। ਉਹ ਸਾਰਾ ਉਹੀ ਹਿੱਸਾ ਜਿਹਦੇ ਵਿੱਚ ਦੀ ਪ੍ਰਕਾਸ਼ ਲੰਘ ਸਕਦਾ। ਤਾਂ ਹੁਣ ਆਪਾਂ ਇਹਦੇ ਵਿੱਚ ਕੀ ਹੁੰਦਾ, ਸਭ ਤੋਂ ਪਹਿਲਾਂ ਆਪਣੇ ਕੋਲ ਇੱਕ ਬਲੈਕ ਕਲਰ ਦਾ ਪਿਊਪਲ ਹੁੰਦਾ ਹੈ। ਬੇਸਿਕਲੀ ਇਹ ਇੱਕ ਓਪਨਿੰਗ ਹੁੰਦੀ ਹੈ ਜਿਹਦੇ ਥਰੂ ਲਾਈਟ ਐਂਟਰ ਕਰਦੀ ਹੈ। ਉਸ ਤੋਂ ਬਾਅਦ ਇੱਕ ਆਇਰਸ ਹੁੰਦਾ, ਇਹ ਆਪਣੇ ਕੋਲ ਆਇਰਸ ਆ। ਬੇਸਿਕਲੀ ਦੇਖਿਆ ਹੋਣਾ ਆਪਾਂ ਹਰ ਇੱਕ ਦੀ ਆਈ ਬੋਲ ਦਾ ਕਲਰ ਅਲੱਗ-ਅਲੱਗ ਹੁੰਦਾ, ਕਿਸੇ ਦਾ ਬਲੂ ਹੁੰਦਾ, ਕਿਸੇ ਦਾ ਬਲੈਕ ਹੁੰਦਾ, ਕਿਸੇ ਦਾ ਬਰਾਊਨ ਹੁੰਦਾ। ਤਾਂ ਉਹ ਆਇਰਸ ਦੀ ਵਜ੍ਹਾ ਕਰਕੇ ਹੁੰਦਾ। ਜਿਹੜਾ ਆਇਰਸ ਦੇ ਵਿੱਚ ਇੱਕ ਸੈਲਸ ਹੁੰਦੇ ਆ, ਜੋ ਆਇਰਸ ਦੇ ਵਿੱਚ ਇੱਕ ਕੰਪਾਰਟਮੈਂਟ ਬਣੇ ਹੁੰਦੇ ਜੋ ਸੈਲਸ ਦੇ ਬਣੇ ਹੁੰਦੇ ਆ, ਜੋ ਉਸ ਆਇਰਸ ਦਾ ਕਲਰ ਹੋਏਗਾ ਉਹੀ ਆਪਣਾ ਆਈ ਬੋਲ ਦਾ ਕਲਰ ਹੋਏਗਾ। ਉਸ ਤੋਂ ਬਾਅਦ ਜਿਹੜਾ ਆਇਰਸ ਹੁੰਦਾ ਇੱਕ ਟਰਾਂਸਪੇਰੈਂਟ ਕੋਰਨੀਆ, ਜਿਹੜੀ ਇੱਕ ਪਾਰਦਰਸ਼ੀ ਲੇਅਰ ਹੁੰਦੀ ਉਹਦੇ ਨਾਲ ਢਕਿਆ ਹੋਇਆ ਹੁੰਦਾ। ਕੋਰਨੀਆ ਇੱਕ ਟਰਾਂਸਪੇਰੈਂਟ ਲੇਅਰ ਹੁੰਦੀ ਆ ਜਿਹਦੇ ਵਿੱਚ ਦੀ ਜਿਹੜਾ ਲਾਈਟ ਆ ਉਹ ਐਂਟਰ ਕਰਦੀ ਹੈ ਜਾਂ ਨਿਯੰਤਰਣ ਫੋਕਸ ਕਰਨ ਦੇ ਵਿੱਚ ਸਹਾਇਤਾ ਕਰਦੀ ਹੈ ਪ੍ਰਕਾਸ਼ ਨੂੰ। ਉਸ ਤੋਂ ਬਾਅਦ ਆਪਣੇ ਕੋਲ ਆਇਰਸ ਆਉਂਦਾ, ਫਿਰ ਪਿਊਪਲ ਆਉਂਦੀ ਆ। ਪਿਊਪਲ ਬੇਸਿਕਲੀ ਇੱਕ ਓਪਨਿੰਗ ਹੁੰਦੀ ਹੈ ਜਿਹਦੇ ਵਿੱਚ ਲਾਈਟ ਐਂਟਰ ਕਰਦੀ ਆ। ਤਾਂ ਇਹ ਸਾਰਾ ਇਹਦਾ ਸੀਗਾ। ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਆ ਆਪਣੇ ਕੋਲ ਕੋਰਨੀਆ, ਆਪਣੇ ਕੋਲ ਕੋਰਨੀਆ ਦੇ ਜਸਟ ਇੱਕ ਟਰਾਂਸਪੇਰੈਂਟ ਲੇਅਰ ਆ। ਇਹਦੇ ਪਿੱਛੇ ਕੀ ਹੋਏਗਾ, ਆਇਰਸ ਹੋਏਗਾ। ਤੁਸੀਂ ਦੇਖ ਸਕਦੇ ਹੋ ਆਇਰਸ ਆ। ਉਸ ਤੋਂ ਬਾਅਦ ਇਹਦੇ ਨਾਲ ਕੀ ਆ, ਇਹ ਆਪਣੇ ਕੋਲ ਪਿਊਪਲ ਆ। ਉਸ ਤੋਂ ਬਾਅਦ ਆਪਣੇ ਕੋਲ ਲੈਂਸ ਆ ਗਿਆ। ਆਇਰਸ ਦੇ ਬਿਲਕੁਲ ਜਿੱਥੇ ਆਇਰਸ ਦੀ ਓਪਨਿੰਗ ਹੁੰਦੀ ਹੈ, ਯਾਨੀ ਕਿ ਜਿੱਥੇ ਪਿਊਪਲ ਹੁੰਦਾ ਉਹਦੇ ਬਿਲਕੁਲ ਪਿੱਛੇ ਲੈਂਸ ਹੁੰਦਾ, ਆਪਣੇ ਕੋਲ ਆਈ ਲੈਂਸ ਹੁੰਦਾ। ਤਾਂ ਇੱਥੇ ਆਪਣੇ ਕੋਲ ਮਟੀਰੀਅਲ ਹੁੰਦਾ ਐਕੁਅਸ ਹਿਊਮਰ। ਇੱਥੇ ਜਿਹੜਾ ਲਿਕੁਇਡ ਭਰਿਆ ਹੁੰਦਾ ਉਹ ਵਿਟਰਸ ਹਿਊਮਰ ਭਰਿਆ ਹੁੰਦਾ। ਇਹ ਕਿਉਂ ਭਰਿਆ ਹੁੰਦਾ, ਤਾਂ ਕਿ ਜਿਹੜੀ ਆਪਣੀ ਆਈ ਹੈਗੀ ਉਹ 90 ਸਾਲ ਦੇ ਹੋ ਗਏ ਆਪਾਂ ਤਾਂ ਵੀ ਵਰਕ ਕਰਦੀ ਰਹਿੰਦੀ ਹੈ, ਇਨਫੈਕਸ਼ਨ ਤੋਂ ਬਚਾਉਂਦੀ ਹੈ ਆਈ ਨੂੰ। ਤਾਂ ਬੇਸਿਕਲੀ ਜਿਹੜਾ ਇੱਥੇ ਐਕੁਅਸ ਹਿਊਮਰ ਹੁੰਦਾ ਇਹ ਆਪਣੇ ਕੋਲ ਆਈ ਦਾ ਜਿਹੜਾ ਸਾਈਜ਼ ਆ ਉਹ ਨਿਯੰਤਰਿਤ ਕਰਦਾ। ਤਾਂ ਬੇਸਿਕਲੀ ਇਹ ਇਨਫੈਕਸ਼ਨ ਤੋਂ ਜਾਂ ਆਈ ਦੀ ਪ੍ਰੋਟੈਕਸ਼ਨ ਲਈ ਹੁੰਦੇ ਆ ਦੋਨੇ ਹਿਊਮਰ ਜਿਹੜੇ ਭਰੇ ਹੁੰਦੇ ਆ। ਇਹ ਹਿਊਮਰ ਜਿਹੜੇ ਹੋਣਗੇ ਮਟੀਰੀਅਲ ਆ ਜਿਹੜਾ ਇਹ 99
99.9% ਪਾਣੀ ਅਤੇ 0.1% ਵਿਟਾਮਿਨ ਖਣਿਜ ਪ੍ਰੋਟੀਨ ਤੱਤ ਦਾ ਬਣਿਆ ਹੁੰਦਾ। ਤਾਂ ਇਹ ਅੱਖ ਦੀ ਸਿਹਤ ਨੂੰ ਠੀਕ ਬਣਾਈ ਰੱਖਣ ਵਿੱਚ ਸਹਾਇਤਾ ਕਰਦਾ ਆਪਣੇ ਕੋਲੇ। ਤਾਂ ਇਹ ਸੀ ਐਕੁਅਸ ਹਿਊਮਰ ਐਂਡ ਵਿਟਰਸ ਹਿਊਮਰ। ਉਸ ਤੋਂ ਬਾਅਦ ਆਪਾਂ ਕੋਰਨੀਆ ਬਾਰੇ ਡਿਸਕਸ ਕਰ ਲਿਆ। ਜਿਹੜੀ ਕੋਰਨੀਆ ਹੁੰਦਾ, ਕੋਰਨੀਆ ਅੱਖ ਦਾ ਅਪਵਰਤਨ ਕਿਰਿਆ ਵਿੱਚ ਸਹਾਇਤਾ ਕਰਦਾ, ਮਹੱਤਵਪੂਰਨ ਰੋਲ ਹੁੰਦੇ, ਗੋਲਾਕਾਰ ਆਕਾਰ ਦਾ ਹਿੱਸਾ ਹੁੰਦਾ। ਇਹ ਪ੍ਰਾਪਤ ਹੋ ਰਹੀ ਰੋਸ਼ਨੀ ਨੂੰ ਫੋਕਸ ਕਰਨ ਵਿੱਚ ਸਹਾਇਤਾ ਕਰਦਾ। ਬੇਸਿਕਲੀ ਜਿਹੜੀ ਇਹ ਟਰਾਂਸਪੇਰੈਂਟ ਲੇਅਰ ਹੁੰਦੀ ਆ, ਜਿਹੜਾ ਸਾਰਾ ਪਿਊਪਲ ਆ ਜਾਂ ਇਹ ਸਾਰਾ ਕਵਰ ਹੁੰਦਾ ਕੋਰਨੀਆ ਦੇ ਨਾਲ। ਕੋਰਨੀਆ ਦੇ ਵਿੱਚੋਂ ਲਾਈਟ ਐਂਟਰ ਕਰਦੀ ਆ, ਐਂਟਰ ਕਰਕੇ ਆਪਣੇ ਕੋਲੇ ਕੀ ਆ, ਪਿਊਪਲ ਕੋਲੇ ਜਾਂਦੀ ਆ। ਹੁਣ ਜਿਹੜਾ ਆਇਰਸ ਹੁੰਦਾ, ਇੱਥੋਂ ਦੀ ਲਾਈਟ ਐਂਟਰ ਕਰਨੀ ਆ। ਆਪਾਂ ਨੂੰ ਬਲੈਕ ਕਿਉਂ ਦਿਖਾਈ ਦਿੰਦੀ ਹੈ ਪਿਊਪਲ? ਕਿਉਂਕਿ ਪਿੱਛੇ ਸਾਰੇ ਕੋਈ ਲਾਈਟ ਨਹੀਂ ਹੁੰਦੀ, ਇੱਥੇ ਕੋਈ ਵੀ ਸੋਰਸ ਨਹੀਂ ਹੁੰਦਾ ਲਾਈਟ ਦਾ, ਤਾਂ ਕਰਕੇ ਆਪਣੇ ਕੋਲੇ ਸਾਰੀ ਬਲੈਕ ਦਿਖਾਈ ਦਿੰਦੀ ਹੈ। ਇਹਦਾ ਇਸੇ ਕਰਕੇ ਇਸੇ ਬਲੈਕ ਹੁੰਦਾ, ਕਿਉਂਕਿ ਇਹ ਸਾਰੀ ਚੀਜ਼ ਆਪਣੇ ਕੋਲੇ ਬਲੈਕ ਹੁੰਦੀ ਹੈ, ਤਾਂ ਕਰਕੇ ਜਿਹੜੀ ਪਿਊਪਲ ਉਹ ਵੀ ਬਲੈਕ ਹੁੰਦੀ ਹੈ। ਹੁਣ ਜਿਹੜੀ ਇਹਦੀ ਓਪਨਿੰਗ ਆ, ਲਾਈਟ ਨੇ ਕਿੰਨਾ ਐਂਟਰ ਕਰਨਾ ਪਿਊਪਲ ਵਿੱਚ ਦੀ, ਲਾਈਟ ਨੇ ਜਾਂ ਪੁਤਲੀ ਅੱਖ ਦੀ ਜਿਹੜੀ ਪੁਤਲੀ ਹੁੰਦੀ ਉਹਦੇ ਵਿੱਚ ਦੀ ਪ੍ਰਕਾਸ਼ ਨੇ ਕਿੰਨਾ ਅੰਦਰ ਜਾਣਾ, ਇਸ ਨੂੰ ਨਿਯੰਤਰਿਤ ਕੌਣ ਕਰਦਾ? ਆਇਰਸ ਕਰਦਾ। ਇਸ ਨੂੰ ਨਿਯੰਤਰਿਤ ਕੌਣ ਕਰਦਾ ਕਿ ਕਿੰਨੀ ਅਮਾਊਂਟ ਆਫ ਲਾਈਟ ਜਿਹੜੀ ਹੈ ਐਂਟਰ ਕਰੂਗੀ, ਉਸ ਨੂੰ ਆਇਰਸ ਨਿਯੰਤਰਿਤ ਕਰਦਾ। ਤਾਂ ਜਿਹੜਾ ਆਇਰਸ ਹੁੰਦਾ ਬੇਸਿਕਲੀ ਇੱਕ ਸ਼ਟਰ ਦੀ ਤਰ੍ਹਾਂ ਕੰਮ ਕਰਦਾ। ਜੋ ਤਾਂ ਲਾਈਟ ਜ਼ਿਆਦਾ ਚਾਹੀਦੀ ਹੁੰਦੀ ਆ ਉਹ ਖੁੱਲ੍ਹ ਜਾਂਦਾ, ਮਤਲਬ ਸ਼ਟਰ ਓਪਨ ਹੋ ਜਾਂਦਾ। ਜ਼ਿਆਦਾ ਲਾਈਟ ਚਾਹੀਦੀ ਤਾਂ ਜ਼ਿਆਦਾ ਓਪਨ ਹੋ ਜਾਂਦਾ। ਅਗਰ ਘੱਟ ਅਮਾਊਂਟ ਆਫ ਲਾਈਟ ਚਾਹੀਦੀ ਆ, ਰੈਟੀਨਾ 'ਤੇ ਜਿਹੜੀ ਇਮੇਜ ਬਣਨੀ ਆ ਆਪਣੇ ਕੋਲੇ, ਰੈਟੀਨਾ 'ਤੇ ਜਿਹੜੀ ਇਮੇਜ ਬਣਨੀ ਆ ਵਧੀਆ ਕੁਆਲਿਟੀ ਦੀ ਬਣੇ, ਤਾਂ ਉਹ ਲਾਈਟ 'ਤੇ ਡਿਪੈਂਡ ਕਰਦੀ ਆ। ਤਾਂ ਕਿੰਨੇ ਪਿਕਸਲ ਦੀ ਆਪਣੇ ਕੋਲੇ ਇੱਥੇ ਲਾਈਟ ਚਾਹੀਦੀ ਹੈ, ਜਾਂ ਕਿੰਨੇ ਪਿਕਸਲ ਦੀ ਇਮੇਜ ਬਣਨ ਲਈ, ਵਧੀਆ ਕੁਆਲਿਟੀ ਦੀ ਇਮੇਜ ਬਣਨ ਲਈ ਜਿਹੜੀ ਲਾਈਟ ਕਿੰਨੀ ਐਂਟਰ ਹੋਵੇ ਪੁਤਲੀ ਦੇ ਵਿੱਚੋਂ, ਉਹ ਕੌਣ ਨਿਯੰਤਰਿਤ ਕਰਦਾ? ਆਇਰਸ ਕਰਦਾ। ਆਇਰਸ ਬੇਸਿਕਲੀ ਇੱਕ ਜਿਵੇਂ ਕੈਮਰੇ ਦਾ ਸ਼ਟਰ ਹੁੰਦਾ ਓਪਨ ਹੁੰਦਾ, ਉੱਦਾਂ ਹੀ ਆਇਰਸ ਕੰਮ ਕਰਦਾ। ਜਦੋਂ ਤਾਂ ਲਾਈਟ ਜ਼ਿਆਦਾ ਚਾਹੀਦੀ ਹੋਵੇ, ਆਇਰਸ ਉਸ ਦੇ ਅਕੋਰਡਿੰਗ ਪੁਤਲੀ ਦਾ ਸਾਈਜ਼ ਜਿਹੜਾ ਨਿਯੰਤਰਿਤ ਕਰ ਦਿੰਦਾ। ਪੁਤਲੀ ਦਾ ਸਾਈਜ਼ ਵੱਡਾ ਹੋ ਜਾਂਦਾ। ਜੇਕਰ ਲਾਈਟ ਘੱਟ ਚਾਹੀਦੀ ਹੈ ਤਾਂ ਇਹ ਜਿਹੜਾ ਆਕਾਰ ਆ ਪੁਤਲੀ ਦਾ ਛੋਟਾ ਕਰ ਦਿੰਦਾ। ਕੌਣ ਕਰਦਾ? ਆਇਰਸ ਕਰਦਾ। ਤਾਂ ਇਹ ਆਇਰਸ ਦਾ ਮੇਨ ਫੰਕਸ਼ਨ ਹੈਗਾ। ਉਸ ਤੋਂ ਬਾਅਦ ਆਪਾਂ ਹੁਣ ਕਰਾਂਗੇ, ਪਿਊਪਲ ਕਰ ਲਿਆ, ਆਇਰਸ ਕਰ ਲਿਆ। ਉਸ ਤੋਂ ਬਾਅਦ ਆਪਣੇ ਕੋਲੇ ਲੈਂਸ ਆਉਂਦਾ। ਜਿਹੜਾ ਆਈ ਲੈਂਸ ਆ, ਇਸ ਦੇ ਬਿਲਕੁਲ ਆਇਰਸ ਦੇ ਬਿਲਕੁਲ ਪਿੱਛੇ, ਆਇਰਸ ਦੇ ਜਾਂ ਪੁਤਲੀ ਦੇ ਬਿਲਕੁਲ ਪਿੱਛੇ ਕੀ ਹੁੰਦਾ? ਲੈਂਸ ਹੁੰਦਾ। ਆਈ ਲੈਂਸ ਬੋਲਦੇ ਹਾਂ ਜਿਹਨੂੰ ਆਪਾਂ। ਇਸ ਦੀ ਕੋਈ ਸ਼ੇਪ ਨਹੀਂ ਹੁੰਦੀ ਬੇਸਿਕਲੀ। ਇਹਦੀ ਜਿਹੜਾ ਲੈਂਸ ਆ ਇਹ ਪ੍ਰੋਟੀਨ ਤੋਂ ਬਣਿਆ ਹੁੰਦਾ। ਇਸ ਦੀ ਸ਼ੇਪ ਜਿਹੜੀ ਆ ਫਲੈਕਸੀਬਲ ਹੁੰਦੀ ਆ, ਮਤਲਬ ਲਾਈਟ ਦੇ ਅਕੋਰਡਿੰਗ ਬਦਲ ਸਕਦੀ ਆ। ਇੱਕ ਲੈਂਸ ਦਾ ਕੰਮ ਕਰਦਾ। ਜਿਹੜਾ ਵੀ ਮੇਨ ਕੰਮ ਜਿਹੜਾ ਇਸ ਆਈ ਲੈਂਸ ਦਾ ਮੇਨ ਕੰਮ ਹੁੰਦਾ ਕਿ ਲਾਈਟ ਨੂੰ ਫੋਕਸ ਕਰਨਾ, ਤਾਂ ਕਿ ਜਿਹੜੀ ਇਮੇਜ ਆ ਉਹ ਰੈਟੀਨਾ 'ਤੇ ਬਣੇ। ਤਾਂ ਹਰ ਰੈਟੀਨਾ ਦੇ ਉੱਪਰ ਪਿਕਸਲਸ ਹੁੰਦੇ ਆ। ਰੈਟੀਨਾ ਦੇ ਉੱਪਰ ਕੀ ਆ? ਪਿਕਸਲਸ ਹੁੰਦੇ ਆ। ਜਿਵੇਂ ਆਪਣੇ ਕੋਲੇ ਆਪਾਂ ਮੋਬਾਈਲ ਫੋਨ ਦੇ ਵਿੱਚ ਗੱਲ ਕਰਦੇ ਹਾਂ ਕਿ ਇੰਨੇ ਪਿਕਸਲ ਦੀ ਕੈਮਰੇ ਦੀ ਕੁਆਲਿਟੀ ਹੈ, ਇੰਨੇ ਪਿਕਸਲ ਦੀ ਇਮੇਜ ਆ, ਤਾਂ ਜਿੰਨੇ ਜ਼ਿਆਦਾ ਪਿਕਸਲ ਹੋਣਗੇ ਓਨੀ ਇਮੇਜ ਦੀ ਕੁਆਲਿਟੀ ਵਧੀਆ ਹੋਊਗੀ। ਤਾਂ ਰੈਟੀਨਾ ਦੇ ਉੱਪਰ ਅਲੱਗ-ਅਲੱਗ ਜਿਹੜੇ ਸਪੋਰਟਸ ਹੁੰਦੇ ਆ, ਰੈਟੀਨਾ ਦੇ ਉੱਪਰ ਅਲੱਗ-ਅਲੱਗ ਸਪੋਰਟਸ ਹੁੰਦੇ ਆ ਜਿਨ੍ਹਾਂ ਦੀ ਸੈਂਸਿਟੀਵਿਟੀ ਅਲੱਗ-ਅਲੱਗ ਹੁੰਦੀ ਆ। ਤਾਂ ਇਹਨਾਂ ਦੇ ਵਿੱਚ ਜਿਹੜੇ ਪਿਕਸਲਸ ਉਹ ਵੀ ਅਲੱਗ-ਅਲੱਗ ਹੁੰਦੇ ਆ। ਤਾਂ ਜਿਹੜੇ ਇਹ ਪਿਕਸਲ ਆ ਅੱਗੇ ਆਪਟੀਕਲ ਜਾਂ ਇੰਡੀਵਿਜੂਅਲ, ਹਰ ਪਿਕਸਲ ਕੀ ਆ ਨਰਵ ਦੀ ਸਹਾਇਤਾ ਦੇ ਨਾਲ, ਇੱਥੇ ਆਪਟੀਕਲ ਨਰਵ ਦੇ ਨਾਲ ਜੁੜੇ ਹੁੰਦੇ ਆ। ਬਹੁਤ ਸਾਰੀਆਂ ਨਰਵਾਂ ਮਿਲ ਕੇ, ਜਿਹੜੀਆਂ ਇੰਡੀਵਿਜੂਅਲ ਨਰਵਸ ਉਹ ਮਿਲ ਕੇ ਕੀ ਆ ਇੱਕ ਗੁੱਛਾ ਬਣਾਉਂਦੀਆਂ, ਜਿਹਨੂੰ ਆਪਾਂ ਆਪਟੀਕਲ ਨਰਵ ਬੋਲਦੇ ਹਾਂ ਜਾਂ ਆਪਟਿਕ ਨਰਵ ਬੋਲਦੇ ਆ, ਜਿਹਦੇ ਥਰੂ ਜਿਹੜੇ ਮੈਸੇਜ ਆ ਉਹ ਬ੍ਰੇਨ ਨੂੰ ਜਾਂਦੇ ਆ। ਤਾਂ ਇੱਥੇ ਰੈਟੀਨਾ ਦੇ ਉੱਪਰ ਹੀ ਇਮੇਜ ਬਣੂਗੀ। ਤਾਂ ਇਹਨੂੰ ਨਿਯੰਤਰਿਤ ਕੌਣ ਕਰਦਾ? ਜਿਹੜੀ ਲਾਈਟ ਇੱਧਰੋਂ ਐਂਟਰ ਕਰ ਰਹੀ ਆ ਆਇਰਸ 'ਚੋਂ, ਜਿਹੜੀ ਲਾਈਟ ਇੱਧਰੋਂ ਪੁਤਲੀ ਦੇ ਵਿੱਚੋਂ ਆ ਰਹੀ ਆ ਜਾਂ ਪਿਊਪਲ ਦੇ ਵਿੱਚੋਂ ਆ ਰਹੀ ਆ, ਉਹ ਲੈਂਸ ਕੀ ਕਰੇਗਾ? ਉਸ ਲਾਈਟ ਨੂੰ ਫੋਕਸ ਕਰੇਗਾ ਤਾਂ ਕਿ ਇਮੇਜ ਕੀ ਆ ਰੈਟੀਨਾ 'ਤੇ ਬਣੇ। ਤਾਂ ਇਹਦੀ ਜਿਹੜੀ ਸ਼ੇਪ ਹੈਗੀ ਆ, ਇਹਦੀ ਸ਼ੇਪ ਇਹ ਆਪਣੇ ਕੋਲ ਹੈਗਾ ਕਨਵੈਕਸ ਲੈਂਸ। ਇਹਦੀ ਇੱਦਾਂ ਨਹੀਂ ਹੁੰਦੀ ਸ਼ੇਪ। ਇਹਦੀ ਜਿਹੜੀ ਸ਼ੇਪ ਆ ਉਹ ਬਦਲ ਸਕਦੀ ਆ, ਮਤਲਬ ਫਲੈਕਸੀਬਲ ਹੁੰਦੀ ਆ। ਮੰਨ ਲਓ ਇਹਦੀ ਸ਼ੇਪ ਇੱਦਾਂ। ਇਸ ਨੂੰ ਜਿਹੜੀ ਇਹ ਸ਼ੇਪ ਆ ਇਹਨੂੰ ਫਲੈਕਸੀਬਲ ਕਰਨ ਦਾ ਕੰਮ ਕੌਣ ਕਰਦਾ?
इधर सिलवरी पट्ठे होंगे जिहड़ा ये सिलवरी मसल्स होंगे जिहड़े लैंस आ जिहड़ा ये अपने कोले लैंस आ इत्थे अपने कोले सिलवरी मसल्स आ सिलवरी मसल्स ने इनू जकड़िया होया हुंदा लैंस नू इनू दबा सकदा या रिलीज़ कर सकदा मतलब इनू दबा सकदा या छड्ड सकदा तां उहदे अकॉर्डिंग जिहड़ी इहदी इमेज आ जिहड़ी इहदी शेप आ वो निर्धारित हो जाती जिन्नी अपने कोले लाइट एंटर करनी चाहिए वो इस ते डिपेंड करती है। नैक्सट आ रेटिना जिहड़ा रेटिना हुंदा वो अख दे पिछे वाला हिस्सा हुंदा जो प्रकाश के प्रति संवेदनशील हुंदा मतलब सेंसिटिव टू लाइट हुंदा इहदे ते जदों कोई भी इमेज बनदी है तां ही आपां नूं दिखाई दिंदा तो इस ते जिहड़ी इमेज बनदी वो कैमरे की फिल्म उपर बनी तस्वीर वांग ही हुंदी है बिल्कुल उस तरह ही अख रूपी कैमरे विच रेटिना उपर तस्वीर बनाई जाती है। रेटिना दे विच अलग अलग जिवें इहदे विच अलग अलग स्पोर्ट्स हुंदे आ जिहड़े कि अपने कोले सेंसिटिव हुंदे आ लाइट दे थ्रू इहदे विच अलग अलग जिहड़े जिन्ने भी इत्थे स्पोर्ट्स होणगे हर एक दी अलग अलग सेंसिटिविटी होगी लाइट दी मान लो इत्थे आ कोई स्पोर्ट एक हैगा इत्थे आ कोई स्पोर्ट अपने कोले इत्थे है कोई स्पोर्ट इत्थे अलग अलग सेंसिटिविटी हुंदी है इन्हां दी तां एक नर्व के थ्रू अलग अलग नर्व्स के थ्रू जिहड़े भी ये स्पोर्ट हैगे अलग अलग नर्व्स के थ्रू इंडिविजुअल नर्व के थ्रू जुड़े हुए होंगे इत्थे एक मिल के गुच्छा बनाउंदे आ नर्व्स जिन्हों आपां ऑप्टिकल नर्व बोलते हैं इकट्ठियां नूं ते अगे ब्रेन नाल जुड़ियां होंदियां जिहदे नाल जिहड़ा रेटिना की करदा कि जिहड़े भी मैसेज आउंदे आ या इत्थों डाटा आया ऑप्टिकल जिहड़े सिग्नल आउणगे उन्हां नूं इलैक्ट्रिकल सिग्नल्स विच कन्वर्ट करेगा रेटिना तां फिर उन्हां नूं ऑप्टिकल नर्व के थ्रू ब्रेन कोले भेजेगा। तो इहदे विच जिहड़ा अपने कोले रेटिना हुंदा इहदे विच दो तरह के सैल हुंदे आ जां दो तरह के पिक्सल बोल सकते हैं आपां तां इहदे विच एक लाइट रॉड सैल हुंदे एक कोन सैल हुंदे आ एक हुंदे आ रॉड सैल एक हुंदे अपने कोले ये आपां रॉड सैल बना रहे हैं रॉड की तरह हुंदे आ एक हुंदे अपने कोले कोन्स हाँ अपने कोले कोन सैल आ लाइट इधरों एंटर करेगी लाइट इन्हां सैल्स से पेगी इधरों पेगी तो जिहड़े रॉड सैल हुंदे आ ओह की करदे जो घट प्रकाश पद्धर वाली दृष्टि प्रति संवेदनशील हुंदे आ मतलब ये जदों अपने कोले लाइट घट हुंदी आ उदों ये काम करदे आ ते बहुत ज़्यादा सेंसिटिव हुंदे आ जिहड़े कोन सैल हुंदे आ ये की करदे कि जिहड़े भी ऑप्टिकल जिहड़ी भी लाइट आई आ जां जिहड़ी भी लाइट आई आ उन्हां दे जिहड़े कलर्स होणगे उहदे विच अलग अलग कलर्स होणगे उन्हां नूं जिहड़ी लाइट दे विच कलर्स होणगे उन्हां नूं अलग अलग कर देगा ये कोन सैल अलग अलग कर दिंदे आ बेसिकली जिहड़े कोन सैल हुंदे आ ये कलर्स के प्रति सेंसिटिव हुंदे आ ये आपां नूं दसदे आ जिवें आपां ईजिली इमैजिन कर सकते हैं कोई इमेज बनी आ रैड कलर आ वाइट कलर आ वो कोन सैल करदे अपने कोले कोन सैल की करदे आ आपां नूं दसदे आ कि इमेज दे विच रैड कलर आ ब्लैक कलर ये जिहड़े कलर्स के प्रति आपां नूं तस्वीर दे विच दसदे कि कलर्स के प्रति सेंसिटिव हुंदे आ तां जदों अपने कोले देखिया जावे जदों लाइट दिन वेले घट जदों अपने कोले लाइट तां ज़्यादा हुंदी आ उदों अपने कोले जिहड़े कोन सैल आ वो काम करदे क्योंकि ये ब्राइट लाइट दे विच ज़्यादा काम करदे आ कैन वर्क इन ब्राइट लाइट बट इन द केस ऑफ इफ द लाइट इज़ जे अपने कोले लाइट बहुत घट आ मान लो दिने तां ये काम कर रहे आ कोन सैल रात नूं लाइट घट हुंदी आ तां आपां फिर भी देखते हैं रात नूं अपने कोले बेसे आपां नूं ब्लैक दिखदा कदे कदे ग्रे दिखदा ब्लैक दिखदा जिन्नियां भी आपां हनेरे दे विच फोटोआं देखदे आ वो सारियां आपां नूं उदों अपने कोले रोड सैल जिहड़े हुंदे आ वो काम करदे आ तां जदों लाइट घट हुंदी आ उदों अपने कोले जिहड़े अपने रोड सैल आ वो काम करदे आ जदों लाइट ज़्यादा हुंदी आ उदों कोन सैल काम करदे आ।
ਇਹਦੇ ਉੱਪਰ ਜਿਨ੍ਹਾਂ ਨੂੰ ਕੁਝ ਪਰਸਨ ਹੁੰਦੇ ਆ ਜਿਨ੍ਹਾਂ ਨੂੰ ਕਲਰ ਨਹੀਂ ਪਤਾ ਲੱਗਦਾ ਰੈੱਡ ਕਲਰ ਆ ਬਲੂ ਕਲਰ ਆ, ਉਹਨਾਂ ਨੂੰ ਕਹਿੰਦੇ ਆ ਆਪਾਂ ਕਲਰ ਬਲਾਈਂਡਨੈਸ। ਮਤਲਬ ਉਹਨਾਂ ਦੇ ਜਿਹੜੇ ਕੋਨ ਸੈੱਲ ਆ ਉਹ ਕੰਮ ਨਹੀਂ ਕਰ ਰਹੇ, ਇਸ ਕਰਕੇ ਉਹ ਰੰਗਾਂ ਨੂੰ ਪਹਿਚਾਣ ਨਹੀਂ ਸਕਦੇ, ਉਹਨਾਂ ਨੂੰ ਕਲਰ ਬਲਾਈਂਡਨੈਸ ਕਹਿੰਦੇ ਆ। ਤਾਂ ਰੈਟੀਨਾ 'ਤੇ ਅਲੱਗ-ਅਲੱਗ ਜਗ੍ਹਾ 'ਤੇ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਰੈਟੀਨਾ 'ਤੇ ਅਲੱਗ-ਅਲੱਗ ਜਗ੍ਹਾ 'ਤੇ ਜਿਹੜੀ ਇਹਨਾਂ ਦੀ ਸੈਂਸਿਟੀਵਿਟੀ ਉਹ ਵੀ ਅਲੱਗ-ਅਲੱਗ ਹੁੰਦੀ ਆ। ਤਾਂ ਰੈਟੀਨਾ 'ਤੇ ਇੱਕ ਪੁਆਇੰਟ ਅਜਿਹਾ ਹੁੰਦਾ ਜਿੱਥੇ ਇਮੇਜ ਬਹੁਤ ਸ਼ਾਰਪ ਬਣਦੀ ਹੈ, ਬਹੁਤ ਵਧੀਆ ਬਣਦੀ ਹੈ, ਉਹਨੂੰ ਆਪਾਂ ਬੋਲਦੇ ਹਾਂ ਯੈਲੋ ਸਪੋਟ। ਇਹ ਰੈਟੀਨਾ ਦੇ ਜਿਹੜਾ ਸਾਹਮਣੇ ਵਾਲਾ ਸਪੋਟ ਥੋੜ੍ਹਾ ਜਿਹਾ ਉੱਪਰ ਹੁੰਦਾ, ਇਹਨੂੰ ਆਪਾਂ ਇੱਥੇ ਕਵਾਂਗੇ ਯੈਲੋ ਸਪੋਟ। ਯੈਲੋ ਸਪੋਟ ਆਪਣੇ ਕੋਲੇ ਐਂਡ ਇੱਕ ਆਪਣੇ ਕੋਲੇ ਹੁੰਦਾ ਬਲਾਈਂਡ ਸਪੋਟ। ਇੱਥੇ ਆਪਣੇ ਕੋਲੇ ਬਲਾਈਂਡ ਸਪੋਟ ਹੋਏਗਾ ਜੇਕਰ ਕੋਈ ਵੀ ਇਮੇਜ ਜੇ ਕੋਈ ਵੀ ਲਾਈਟ ਇੱਥੇ ਪੈ ਰਹੀ ਹੈ ਤਾਂ ਉਹ ਬਲਾਈਂਡ ਸਪੋਟ 'ਤੇ ਪਏਗੀ ਤਾਂ ਉਹਦੀ ਇਮੇਜ ਨਹੀਂ ਬਣੇਗੀ। ਬਲਾਈਂਡ ਸਪੋਟ 'ਤੇ ਜਿਹੜੀ ਵੀ ਲਾਈਟ ਪੈਂਦੀ ਆ ਉਸ ਕਰਕੇ ਆਪਾਂ ਚੀਜ਼ਾਂ ਨੂੰ ਦੇਖ ਨਹੀਂ ਸਕਦੇ। ਜੇ ਲਾਈਟ ਇੱਥੇ ਇਮੇਜ ਇੱਥੇ ਬਣੇਗੀ ਤਾਂ ਆਪਾਂ ਉਹਨੂੰ ਨਹੀਂ ਪਹਿਚਾਣ ਸਕਦੇ ਇਮੇਜ ਨੂੰ। ਤਾਂ ਇਹ ਸੀ ਆਪਣੇ ਕੋਲੇ ਰੈਟੀਨਾ ਬਾਰੇ। ਆਪਟੀਕਲ ਨਰਵ, ਵਿਟਰਸ ਹਿਊਮਰ, ਐਕਵਸ ਹਿਊਮਰ, ਲੈਂਸ ਬਾਰੇ ਗੱਲ ਕਰ ਲਈ ਆਪਾਂ, ਆਈਰਿਸ ਬਾਰੇ ਕਰ ਲਈ, ਐਕਵਸ ਹਿਊਮਰ, ਵਿਟਰਸ ਹਿਊਮਰ। ਬੇਸਿਕਲੀ ਜਿਹੜਾ ਬਲਾਈਂਡ ਸਪੋਟ ਹੁੰਦਾ ਉਹ ਰੈਟੀਨਾ ਦਾ ਪਾਰਟ ਨਹੀਂ ਹੁੰਦਾ। ਜਦੋਂ ਆਪਾਂ ਮੈਕਸੀਮਮ ਸ਼ਾਰਪ ਇਮੇਜ ਚਾਹੀਦੀ ਆ ਆਪਾਂ ਨੂੰ, ਤਾਂ ਜਿਹੜੀ ਆਪਣੇ ਕੋਲ ਇਮੇਜ ਹੈਗੀ ਆ, ਜਿਹੜੀ ਇੱਧਰੋਂ ਲਾਈਟ ਆ ਰਹੀ ਉਹਦੀ ਇਮੇਜ ਕੀ ਹੈ ਯੈਲੋ ਸਪੋਟ 'ਤੇ ਬਣਨੀ ਚਾਹੀਦੀ ਹੈ, ਤਾਂ ਮੈਕਸੀਮਮ ਕੁਆਲਿਟੀ ਦੀ ਜਿਹੜੀ ਇਮੇਜ ਆਪਣੇ ਕੋਲ ਬਣੇਗੀ। ਤਾਂ ਇਹ ਸੀ ਸਾਰਾ ਆਪਣੇ ਕੋਲ ਹਿਊਮਨ ਆਈ ਬਾਰੇ। ਨੈਕਸਟ ਇਹਦੀ ਆਪਾਂ ਦੇਖਾਂਗੇ ਕਿ ਇਮੇਜ ਕਿਵੇਂ ਬਣਦੀ ਆ ਬ੍ਰੇਨ 'ਤੇ ਐਂਡ ਇਹਦੇ ਕਿਹੜੇ ਡਿਫੈਕਟਸ ਆ ਇਹਦੇ, ਇਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ। ਥੈਂਕ ਯੂ।